ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਆਖਹਿ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਆਖਹਿ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰਖਿਆ, ਜਿਤ ਦਿਸੈ ਦਰਬਾਰ। ਮੁਹਾ ਕੇ ਬੋਲਣ ਬੋਲਿਆ, ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਕਰਮੇ ਆਵੈ ਕਪੜਾ, ਨਦਰੇ ਮੁਖ ਦੁਆਰ। ਨਾਨਕ ਏਵੈ ਜਾਣੀਐ, ਸਭ ਆਪੇ ਸਚਿਆਰ। ਕਰਮੇ ਆਵੈ ਕਪੜਾ, ਨਦਰੇ ਮੁਖ ਦੁਆਰ। ਨਾਨਕ ਏਵੈ ਜਾਣੀਐ, ਸਭ ਆਪੇ ਸਚਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਜਗ ਦੀ ਜੋਤ, ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਦਇਆ ਸਦਕਾ ਰੋਜ਼ ਦੇ ਨਿਯਮ ਨਾਲ ਆਪ ਦੀ ਸਤ ਸੰਗਤ ਵਿੱਚ ਜੁੜ ਬੈਠੇ ਹੋ। ਗਰੀਬ ਨਵਾਜ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਮਹਾਨ ਪਵਿੱਤਰ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਇਹ ਸੰਗਤ ਦੀਆਂ ਘੜੀਆਂ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਹਜ਼ੂਰ ਦੇ ਪਵਿੱਤਰ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪ ਤਖਤ ਸਾਹਿਬ ਦੀ ਚਰਨ ਧੂੜ ਨੂੰ ਪਰਸ ਰਹੇ ਹੋ। ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਪਿਆਰ ਸ਼ਰਧਾ ਨਾਲ ਮਨ ਇਕਾਗਰ ਕਰਕੇ ਸਰਵਣ ਕਰੀਏ। ਹਜ਼ੂਰ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ
ਮੇਰੇ ਵਾਹਿਗੁਰੂ ਜੀ ਸਾਚਾ ਸਾਹਿਬ ਸਾਚ ਨਾਏ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਗਤ ਜਲੰਦੇ ਨੂੰ ਠਾਰਨ ਵਾਸਤੇ ਵਾਹਿਗੁਰੂ ਜੀ ਨੇ ਆਪ ਗੁਰੂ ਨਾਨਕ ਸਾਹਿਬ ਰੂਪ ਹੋ ਕਰਕੇ ਪ੍ਰਗਟ ਹੋਣਾ ਕੀਤਾ। ਸੱਚੇ ਪਾਤਸ਼ਾਹ ਜੀ ਸਿੱਧਾਂ ਨੂੰ ਸ਼ਬਦ ਦੀ ਸ਼ਾਂਤ ਵਰਤਾਉਣ ਵਾਸਤੇ ਹਜੂਰ ਸਮੇਰ ਪਰਬਤ ਤੇ ਭਾਗ ਲਾ ਰਹੇ ਹੈ। ਇਹ ਜਪਜੀ ਸਾਹਿਬ ਦੀ ਅੰਮ੍ਰਿਤ ਪਵਿੱਤਰ ਬਾਣੀ ਜਿੱਥੇ ਸਿੱਧਾਂ ਨਾਲ ਵਿਚਾਰ ਗੋਸ਼ਟੀ ਵਿੱਚ ਸਤਿਗੁਰਾਂ ਜੀ ਨੇ ਇਹ ਪਵਿੱਤਰ ਮਹਾਵਾਕ ਪਵਿੱਤਰ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ। ਸਿੱਧਾਂ ਨੇ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਸੀ, ਗਰੀਬ ਨਵਾਜ ਵਾਹਿਗੁਰੂ ਦਾ ਆਪ ਬਲ ਹੀ ਕਥਨ ਕਰੋ ਕਿ ਉਹਦਾ ਬਲ ਕਿੰਨਾ ਕੁ ਹੈ। ਤੇ ਹਜੂਰ ਨੇ ਫਿਰ ਇਹ ਗਾਵੈ ਵਾਲੀ ਪੌੜੀ ਹਜੂਰ ਨੇ ਉਚਾਰਨ ਕੀਤੀ ਸੀ ਕਿ ਸਿੱਧੋ ਵਾਹਿਗੁਰੂ ਦੇ ਬਲ ਨੂੰ ਸਮੱਗਰ ਕੋਈ ਨਹੀਂ ਗਾ ਸਕਦਾ। ਜਿਹਦੇ ਵਿੱਚ ਵਾਹਿਗੁਰੂ ਆਪ ਹੀ ਬਲ ਬਖਸ਼ੇ ਨਾ ਉਹ ਹੀ ਵਾਹਿਗੁਰੂ ਦੇ ਬਲ ਨੂੰ ਗਾ ਸਕਦਾ ਹੈ। ਫਿਰ ਕੋਈ ਤਾਂ ਪਰਮੇਸ਼ਰ ਦੀਆਂ ਦਾਤਾਂ ਨੂੰ ਵੇਖ ਕਰਕੇ ਪ੍ਰਗਟ ਰੂਪ ਵਿੱਚ ਉਸ ਨੂੰ ਗਾ ਰਿਹਾ ਹੈ। ਕੋਈ ਮਹਾਰਾਜ ਕਹਿੰਦੇ ਭਾਈ ਨੇੜੇ ਤੋਂ ਨੇੜੇ ਸਮਝ ਕੇ ਗਾ ਰਿਹਾ ਹੈ। ਕਿਸੇ ਨੂੰ ਵਾਹਿਗੁਰੂ ਜੀ ਦੂਰ ਪਾਸ ਰਹੇ ਹੈ, ਮਨ ਦੀ ਗਮਤਾ ਕਰਕੇ ਵਾਹਿਗੁਰੂ ਜੀ ਦਾ ਸਪਰਸ਼ ਨਹੀਂ ਮਿਲਦਾ, ਇੰਦਰੀਆਂ ਦੇ ਅਗੋਚਰ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਇਉਂ ਸਿੱਧੋ ਵਾਹਿਗੁਰੂ ਨੂੰ ਗਾਉਂਦੇ ਹੈ ਪਰ ਉਹਦੇ ਬਲ ਦਾ ਅੰਤ ਨਹੀਂ ਕੋਈ ਪਾ ਸਕਦਾ। ਸੱਚੇ ਪਾਤਸ਼ਾਹ ਜੀ ਨੂੰ ਫਿਰ ਇਹਨਾਂ ਨੇ ਪੁੱਛਿਆ, ਮਹਾਰਾਜ ਜਿਵੇਂ ਪਹਿਲਾਂ ਧਰਤੀ ਤੇ ਪਿਰਥੂ ਰਾਜਾ ਹੋਇਆ ਹੈ, ਮਨੂ ਰਾਜਾ ਹੋਇਆ ਹੈ, ਮਹਾਰਾਜ ਪਰਮੇਸ਼ਰ ਵੀ ਇਵੇਂ ਕੋਈ ਰਾਜਾ ਹੋਇਆ ਹੋਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਫਿਰ ਰਾਜੇ ਆਪਣੇ ਸਮੇਂ ਵਿੱਚ ਰਾਜ ਕਰਦੇ ਹੈ ਤੇ ਜਦੋਂ ਮਹਾਰਾਜ ਉਹ ਚੜ੍ਹਾਈ ਕਰ ਜਾਂਦੇ ਹੈ ਫਿਰ ਮਹਾਰਾਜ ਉਹਨਾਂ ਦਾ ਨਾਮ ਹੌਲੀ ਹੌਲੀ ਮਿਟ ਜਾਂਦਾ ਇਸ ਧਰਤੀ ਤੋਂ ਕਿ ਮਹਾਰਾਜ ਪਰਮੇਸ਼ਰ ਵੀ ਐਸਾ ਰਾਜਾ ਹੋਇਆ ਪਹਿਲਾਂ ਤੇ ਹੌਲੀ ਹੌਲੀ ਉਹਦਾ ਨਾਮ ਵੀ ਮਿਟ ਜਾਵੇਗਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਇਉਂ ਸਿੱਧਾਂ ਦਾ ਇਹ ਪ੍ਰਸ਼ਨ ਸੁਣ ਕਰਕੇ ਹਜੂਰ ਆਪਣੇ ਸ਼੍ਰੀ ਕੰਠ ਤੋਂ ਸਿੱਧਾਂ ਨੂੰ ਇਹ ਉਪਦੇਸ਼ ਦਿੰਦੇ ਹੋਏ ਵਾਹਿਗੁਰੂ ਜੀ ਦੇ ਸਰੂਪ ਬਾਰੇ ਹਜੂਰ ਫਰਮਾਉਂਦੇ ਆ, ਸਾਚਾ ਸਾਹਿਬ ਸਾਚ ਨਾਏ। ਮਹਾਰਾਜ ਕਹਿੰਦੇ ਨੇ ਸਿੱਧੋ ਉਹ ਤ੍ਰਈ ਕਾਲ ਆਬਾਦ ਸੱਚ ਹੈ। ਮਹਾਰਾਜ ਕਹਿੰਦੇ ਨੇ ਫਿਰ ਸਾਹਿਬ ਮਾਲਕ ਵੈ, ਉਹ ਸਭ ਦਾ ਹੀ ਰਾਜਾ ਹੈ, ਉਸ ਤੋਂ ਵੱਡਾ ਕੋਈ ਹੋਰ ਰਾਜਾ ਨਹੀਂ। ਤੇ ਉਹਦਾ ਰਾਜ ਜਿਹੜਾ ਨਾ ਉਹ ਸਦਾ ਨਿਹਚਲ ਰਹਿਣ ਵਾਲਾ ਹੈ, ਸਦਾ ਟਿਕੇ ਰਹਿਣ ਵਾਲਾ ਹੈ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹ ਸੰਸਾਰ ਦੇ ਜਿਹੜੇ ਰਾਜੇ ਆ ਮਹਾਰਾਜ ਕਹਿੰਦੇ ਜਿਨ੍ਹਾਂ ਦਾ ਹਵਾਲਾ ਦੇ ਕਰਕੇ ਤੁਸੀਂ ਸਾਨੂੰ ਵਾਹਿਗੁਰੂ ਬਾਰੇ ਪੁੱਛ ਰਹੇ ਹੋ, ਸਿੱਧੋ ਇਹ ਝੂਠੇ ਰਾਜੇ ਆ। ਇਹ 4 ਦਿਨਾਂ ਦੇ ਰਾਜੇ ਆ। ਜਿੰਨਾ ਚਿਰ ਸਰੀਰ ਕਾਇਮ ਹੈ ਉਹਨਾਂ ਚਿਰ ਹੀ ਉਹਨਾਂ ਦੀ ਸਾਧ ਸੰਗਤ ਜੀ ਹਕੂਮਤ ਦੇ ਅੰਦਰ ਜਿਹੜਾ ਹੈ ਜ਼ੋਰ ਚੱਲਦਾ ਹੈ, ਉਹਨਾਂ ਦਾ ਬੋਲ ਬਾਲਾ ਹੈ। ਸਤਿਗੁਰੂ ਜੀ ਕਹਿੰਦੇ ਨੇ ਇਹ ਝੂਠੇ ਹੀ ਸਾਰੇ ਵਿਖਾਵੇ ਐ ਸੰਸਾਰ ਦੇ ਜਿਹੜੇ ਬਾਦਸ਼ਾਹ ਹਨ। ਵਾਹਿਗੁਰੂ ਦੇ ਬਰਾਬਰ ਕੋਈ ਸੰਸਾਰ ਦਾ ਰਾਜਾ ਨਹੀਂ, ਕਿਉਂਕਿ ਉਹ ਤਿੰਨਾਂ ਕਾਲਾਂ ਵਿੱਚ ਰਹਿਣ ਵਾਲਾ ਹੈ, ਸੱਚ ਸਰੂਪ ਹੈ। ਫਿਰ ਮਹਾਰਾਜ ਕਹਿੰਦੇ ਸਭ ਦਾ ਹੀ ਸਾਹਿਬ ਮਾਲਕ ਹੈ। ਸਾਚਾ ਸਾਹਿਬ ਸਾਚ ਨਾਏ। ਫਿਰ ਹਜੂਰ ਕਹਿੰਦੇ ਨੇ ਉਹਦਾ ਜਿਹੜਾ ਨਾਏ ਨਾਮ ਹੈ ਨਾ ਸਿੱਧੋ ਉਹ ਵੀ ਪ੍ਰਸਿੱਧ ਹੈ, ਕਦੇ ਮਿਟਣ ਵਾਲਾ ਨਹੀਂ ਹੈ। ਜਦੋਂ ਆਪ ਨਾਮੀ ਰਹਿਣ ਵਾਲਾ ਹੈ ਸਦਾ,
ਤੇ ਫਿਰ ਉਹਦਾ ਨਾਮ ਕਿਵੇਂ ਮਿਟ ਜਾਵੇਗਾ? ਮਹਾਰਾਜ ਕਹਿੰਦੇ ਭਾਈ ਉਹਦਾ ਨਾਮ ਵੀ ਕਦੇ ਨਹੀਂ ਮਿਟ ਸਕਦਾ, ਉਹਦਾ ਨਾਮ ਵੀ ਸਦਾ ਅਮਰ ਰਹਿਣ ਵਾਲਾ ਹੈ। ਸਾਚਾ ਸਾਹਿਬ ਸਾਚ ਨਾਏ, ਉਹਦਾ ਨਾਮ ਵੀ ਸੱਚਾ ਏ, ਨਾਮ ਵੀ ਉਹਦਾ ਤਿੰਨਾਂ ਕਾਲਾਂ ਵਿੱਚ ਹੀ ਰਹਿਣ ਵਾਲਾ ਹੈ। ਜਿਵੇਂ ਸਾਧ ਸੰਗਤ ਜੀ, ਜੀਵ ਦਾ ਸਰੀਰ ਹੈ ਤੇ ਮਾਤਾ ਪਿਤਾ ਨੇ ਉਹਦਾ ਨਾਮ ਧਰ ਦਿੱਤਾ ਹੈ। ਜੀਵ ਆਪਣੇ ਨਾਮ ਵਿੱਚ ਅਭੇਦ ਨਹੀਂ ਹੁੰਦਾ, ਪਰ ਕੀ ਹੈ ਕਿ ਨਾਮ ਬੁਲਾਉਣ ਨਾਲ ਉਹਨੂੰ ਕੋਈ ਬੁਲਾ ਕੇ ਉੱਥੇ ਸੱਦ ਸਕਦਾ ਹੈ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੇਰਾ ਨਾਮ ਬੁਲਾਇਆ ਜਾ ਰਿਹਾ। ਪਰ ਜਿੱਥੇ ਤੱਕ ਉਹਨੂੰ ਆਵਾਜ਼ ਨਹੀਂ ਕੰਨਾਂ ਵਿੱਚ ਪੈਂਦੀ, ਉਹਨੂੰ ਨਹੀਂ ਪਤਾ ਲੱਗਦਾ ਕਿ ਮੈਨੂੰ ਕੋਈ ਬੁਲਾ ਰਿਹਾ ਹੈ। ਵਾਹਿਗੁਰੂ ਜੀ ਹਰ ਵੇਲੇ ਸਦ ਸੁਣਦਾ ਸਦ ਵੇਖਦਾ, ਕਿਉਂ ਮੁੱਕਰ ਪਿਆ ਜਾਏ ਜੀਓ। ਵਾਹਿਗੁਰੂ ਜੀ ਨੂੰ ਜਦੋਂ ਕੋਈ ਪੁਕਾਰਦਾ ਨਾ ਨਾਮ ਕਰਕੇ, ਸਤਿਗੁਰੂ ਜੀ ਕਹਿੰਦੇ ਆਪਣੇ ਨਾਮ ਵਿੱਚ ਵਾਹਿਗੁਰੂ ਜੀ ਨਾਮੀ ਅਭੇਦ ਹਨ। ਜਦੋਂ ਕੋਈ ਪੁਕਾਰਦਾ ਹੈ ਉਦੋਂ ਹੀ ਵਾਹਿਗੁਰੂ ਜੀ ਉਹਦਾ ਪਿਆਰ ਵੇਖ ਕੇ ਫਿਰ ਸਾਖਿਆਤ ਹੁੰਦੇ ਹੈ। ਮਹਾਰਾਜ ਕਹਿੰਦੇ ਉਹਦਾ ਨਾਮ ਵੀ ਸਿੱਧੋ ਤਿੰਨਾਂ ਕਾਲਾਂ ਵਿੱਚ ਰਹਿਣ ਵਾਲਾ ਹੈ। ਇਹ ਨਹੀਂ ਕਿ ਰਾਜਾ ਮਿਟ ਗਿਆ ਤੇ ਨਾਲ ਹੀ ਉਹਦਾ ਨਾਮ ਖਤਮ ਹੋ ਗਿਆ, ਕਿਉਂਕਿ ਕਿੰਨੇ ਕਿੰਨੇ ਰਾਜੇ ਇਸ ਧਰਤੀ ਤੋਂ ਹੋ ਗੁਜ਼ਰੇ ਹੈ। ਉਹਨਾਂ ਦੇ ਫਿਰ ਸਾਧ ਸੰਗਤ ਜੀ ਨਾਮ ਵੀ ਮਿਟ ਗਏ ਹੈ, ਕੋਈ ਉਹਨਾਂ ਦੇ ਨਾਮਾਂ ਤੱਕ ਨੂੰ ਨਹੀਂ ਜਾਣਦਾ। ਗੁਰੂ ਕਲਗੀਧਰ ਜੀ ਨੇ ਕਿਹਾ ਕਿ ਭਾਈ ਇਥੋਂ ਇਹੋ ਜਿਹੇ ਰਾਜੇ ਹੋ ਕੇ ਗੁਜ਼ਰ ਗਏ ਹੈ, ਜਿਨ੍ਹਾਂ ਦੇ ਰੱਥਾਂ ਦੇ ਪਹੀਆਂ ਨਾਲ ਸਾਧ ਸੰਗਤ ਜੀ ਸਮੁੰਦਰ ਜਿਹੜਾ ਸੀ ਉਹ ਉਛਲ ਸਕਦਾ ਸੀਗਾ, ਪੂਰਿਆ ਜਾ ਸਕਦਾ ਹੈ। ਫਿਰ ਵੇਖੋ ਉਹਨਾਂ ਰਾਜਿਆਂ ਦਾ ਕੋਈ ਅੱਜ ਨਾਮੋ ਨਿਸ਼ਾਨ ਨਹੀਂ ਰਿਹਾ, ਜਿਹੜੇ ਆਪਣੇ ਸਮੇਂ ਵਿੱਚ ਆਪਣੀ ਨੌਬਤਾਂ ਵਜਾਉਂਦੇ, ਆਪਣੇ ਡੰਕੇ ਵਜਾਉਂਦੇ। ਤੋ ਇਉਂ ਬਾਣੀ ਨੇ ਕਿਹਾ ਹੈ ਕਿ ਭਾਈ ਇਹ ਜਿਹੜੇ ਸੰਸਾਰ ਦੇ ਰਾਜ ਭਾਗ ਨੇ, ਕਬੀਰ ਨੌਬਤ ਆਪਣੀ ਦਿਨ 10 ਲਿਹੋ ਬਜਾਏ। ਇਹ 10 ਕੁ ਦਿਨ ਹੀ ਹੈ, ਵੱਜਦੀਆਂ ਨੌਬਤਾਂ, ਵੱਜਦੇ ਨਗਾਰੇ ਫਿਰ ਖਤਮ ਹੋ ਜਾਂਦੇ ਆ, ਸਮਾਪਤ ਹੋ ਜਾਂਦੇ ਆ। ਪਰ ਵਾਹਿਗੁਰੂ ਦਾ ਹੁਕਮ ਰੂਪੀ ਨਗਾਰਾ ਮਹਾਰਾਜ ਕਹਿੰਦੇ ਸਦਾ ਹੀ ਖੜਕ ਰਿਹਾ ਹੈ, ਸਦਾ ਹੀ ਵੱਜ ਰਿਹਾ ਹੈ। ਕੋਈ ਅਨਾਉਂਸਮੈਂਟ? ਤੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਸ ਦਾ ਰਾਜ ਸਦਾ ਹੀ ਨਿਸ਼ਚਲ ਰਹਿਣ ਵਾਲਾ ਹੈ, ਸਦਾ ਟਿਕੇ ਰਹਿਣ ਵਾਲਾ ਹੈ। ਇਸ ਕਰਕੇ ਉਹ ਆਪ ਵੀ ਸੱਚਾ ਹੈ। ਮਹਾਰਾਜ ਕਹਿੰਦੇ ਭਾਈ ਉਹਦਾ ਨਾਮ ਵੀ ਤਰਈ ਕਾਲ ਆਬਾਦ ਸਤ ਸਰੂਪ ਹੈ। ਆਖਿਆ ਭਾਉ ਅਪਾਰ। ਫਿਰ ਇਹ ਕਹਿੰਦੇ ਮਹਾਰਾਜ ਰਾਜਿਆਂ ਦੀ ਤਾਂ ਮਹਾਰਾਜ ਦੇਸ਼ ਦੀ ਭਾਖਿਆ ਭਾਸ਼ਾ ਵੀ ਹੁੰਦੀ ਹੈ। ਮਹਾਰਾਜ ਆਪ ਪਰਮੇਸ਼ਰ ਨੂੰ ਕਹਿੰਦੇ ਹੋ ਕਿ ਉਹਦਾ ਨਿਸ਼ਚਲ ਰਹਿਣ ਵਾਲਾ, ਸਦਾ ਟਿਕੇ ਰਹਿਣ ਵਾਲਾ ਰਾਜ ਵੈ। ਤੇ ਮਹਾਰਾਜ ਇਹ ਦੱਸੋ ਕਿਰਪਾ ਕਰਕੇ ਕਿ ਉਹਦੇ ਦੇਸ਼ ਦੀ ਭਾਸ਼ਾ ਕਿਹੜੀ ਹੈ। ਜਿਵੇਂ ਭਾਰਤ ਵਰਸ਼ ਦੀ ਹੁਣ ਰਾਸ਼ਟਰ ਭਾਸ਼ਾ ਜਿਹੜੀ ਆ ਉਹ ਹਿੰਦੀ ਜਿਹੜੀ ਆ ਉਹ ਘੋਸ਼ਿਤ ਕੀਤੀ ਹੋਈ ਹੈ। ਸਾਧ ਸੰਗਤ ਜੀ ਕਦੇ ਜਦੋਂ ਇਸਲਾਮ ਦਾ ਰਾਜ ਸੀ ਇੱਥੇ, ਉਦੋਂ ਜਿਹੜੀ ਸਾਧ ਸੰਗਤ ਜੀ ਫਾਰਸੀ ਸੀਗੀ ਇੱਥੋਂ ਦੀ ਰਾਸ਼ਟਰ ਭਾਸ਼ਾ ਹੁੰਦੀ ਸੀ। ਖਾਲਸਾ ਰਾਜ ਦੇ ਵਕਤ ਵੀ ਇਹ ਸਾਧ ਸੰਗਤ ਜੀ ਮੁੱਖ ਭਾਸ਼ਾ ਰਹੀ ਹੈ ਤੇ ਬਹੁਤ ਸਾਰੇ ਖਾਲਸਾ ਰਾਜ ਦੇ ਵਕਤ ਦੇ ਦਸਤਾਵੇਜ਼ ਜਿਹੜੇ ਹੈ ਉਹ ਫਾਰਸੀ ਭਾਸ਼ਾ ਵਿੱਚ ਮਿਲਦੇ ਹੈ। ਇਸ ਤਰ੍ਹਾਂ ਹਰੇਕ ਦੇਸ਼ ਦੀ ਆਪਣੀ ਭਾਸ਼ਾ ਹੈ। ਜਿੰਨੇ ਵੀ ਹੋਰ ਦੇਸ਼ ਨੇ ਉਹ ਆਪੋ ਆਪਣੀਆਂ ਭਾਸ਼ਾਵਾਂ ਬੋਲਦੇ ਹੈ ਤੇ ਕਈਆਂ ਭਾਸ਼ਾਵਾਂ ਕੋਲ ਤਾਂ ਸਾਧ ਸੰਗਤ ਜੀ ਆਪ ਦੀ ਲਿਪੀ ਵੀ ਨਹੀਂ ਹੈ, ਪਰ ਫਿਰ ਵੀ ਭਾਸ਼ਾ ਬੋਲਦੇ ਹੈ। ਤੇ ਇਉਂ ਇਹ ਜਿਹੜੀਆਂ ਭਾਸ਼ਾਵਾਂ ਸਾਰਿਆਂ ਦੇਸ਼ਾਂ ਵਿੱਚ ਬੋਲੀਆਂ ਜਾਂਦੀਆਂ ਨੇ, ਉਹਨਾਂ ਨੇ ਇਹ ਪੁੱਛਣ ਵਾਸਤੇ ਮਨ ਵਿੱਚ ਖਿਆਲ ਕੀਤਾ ਕਿ ਜੇ ਭਾਸ਼ਾ ਮਹਾਰਾਜ ਦੱਸਣਗੇ ਤੇ ਵੇਖਾਂਗੇ ਕਿ ਕਿਹੜੇ ਦੇਸ਼ ਦਾ ਰਾਜਾ ਹੈ ਪਰਮੇਸ਼ਰ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਫਿਰ ਇਹ ਪ੍ਰਸ਼ਨ ਸੁਣ ਕੇ ਹਜੂਰ ਕਹਿੰਦੇ ਭਾਖਿਆ ਭਾਉ ਅਪਾਰ। ਜਿਹੜਾ ਭਾਉ ਪ੍ਰੇਮ ਹੈ ਨਾ ਸਿੱਧੋ, ਜਿਹਦਾ ਕੋਈ ਪਾਰਾਵਾਰ ਅੰਤ ਨਹੀਂ ਹੈ, ਇਹ ਪ੍ਰੇਮ ਦੀ ਭਾਸ਼ਾ ਹੈ ਮੇਰੇ ਵਾਹਿਗੁਰੂ ਦੇ ਦੇਸ਼ ਦੀ। ਉਸ ਦੇ ਦੇਸ਼ ਦੇ ਅੰਦਰ ਪ੍ਰੇਮ ਦੀ ਭਾਸ਼ਾ ਬੋਲੀ ਜਾਂਦੀ ਹੈ। ਤੇ ਸਾਧ ਸੰਗਤ ਜੀ ਪ੍ਰੇਮ ਦੀ ਭਾਸ਼ਾ ਸਭ ਥਾਵਾਂ ਤੇ ਸਮਝੀ ਜਾਂਦੀ ਹੈ। ਪ੍ਰੇਮ ਦੀ ਭਾਸ਼ਾ ਨੂੰ ਸਭ ਜਾਣਦੇ ਹੈ। ਪ੍ਰੇਮ ਦੀ ਭਾਸ਼ਾ ਦੇ ਨਾਲ ਸਾਧ ਸੰਗਤ ਜੀ ਜੋ ਗੁਰਬਾਣੀ ਹੈ ਨਾ, ਗੁਰਮੁਖੀ,
ਉਹ ਵੀ ਸਾਧ ਸੰਗਤ ਜੀ ਪ੍ਰੇਮ ਦੇ ਨਾਲ ਉਹਨਾਂ ਨੂੰ ਉਹਨਾਂ ਦੀਆਂ ਭਾਸ਼ਾਵਾਂ ਵਿੱਚ ਸੁਣਨ ਲੱਗ ਪੈਂਦੀ ਹੈ। ਜਿਵੇਂ ਦਾਸ ਨੇ ਪਿੱਛੇ ਜ਼ਿਕਰ ਕੀਤਾ ਸੀ ਕਿ ਇੱਕ ਸਾਧ ਸੰਗਤ ਜੀ ਜਰਮਨ ਦਾ ਅੰਗਰੇਜ਼ ਆਇਆ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨੂੰ ਉਥੋਂ ਦੀ ਭਾਸ਼ਾ ਵਿੱਚ ਕੀਰਤਨ ਸੁਣਾਈ ਦਿੰਦਾ ਸੀਗਾ। ਇਹ ਜਿਹੜੀ ਪ੍ਰੇਮ ਦੀ ਭਾਸ਼ਾ ਹੈ ਨਾ, ਇਹਦੇ ਨਾਲ ਸਾਧ ਸੰਗਤ ਜੀ ਸਭ ਖਿਆਲਾਤ ਵੀ, ਹਾਵ ਭਾਵ ਵੀ ਜਿਹੜੇ ਉਹ ਸਮਝ ਪੈਂਦੇ ਆ। ਜਿਵੇਂ ਕਹਿੰਦੇ ਰਾਮਾਨੰਦ ਜੀ ਦੇ ਕੋਲੋਂ ਬੜੇ ਸਾਰੇ ਉਪਦੇਸ਼ ਲਿਆ ਕਰਕੇ ਨਿਹਾਲ ਹੋਏ, ਕਾਂਸ਼ੀ ਦੇ ਵਿੱਚ ਆਪ ਰਿਹਾ ਕਰਦੇ, ਬੜੇ ਬਰਕਤ ਮਹਾਤਮਾ ਹੋਏ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ। ਕਬੀਰ ਜੀ ਨੇ ਵੀ ਰਾਮਾਨੰਦ ਜੀ ਦੇ ਕੋਲੋਂ ਹੀ ਉਪਦੇਸ਼ ਪ੍ਰਾਪਤ ਕੀਤਾ। ਇਉਂ ਇੱਕ ਕੋਈ ਉਹਨਾਂ ਦਾ ਸ਼ਿਸ਼ ਚੇਲਾ ਬਣਨ ਵਾਸਤੇ ਬੜੀ ਸਦਰ ਨਾਲ ਆਇਆ। ਉਹਦੇ ਮਨ ਦਾ ਖਿਆਲ ਸੀ ਕਿ ਜਦੋਂ ਇਕਾਂਤ ਹੋਵੇ ਫਿਰ ਮੈਂ ਜਾ ਕਰਕੇ ਉਪਦੇਸ਼ ਲਵਾਂ, ਪਰ ਰਾਮਾਨੰਦ ਜੀ ਦੇ ਕੋਲ ਹਰ ਵੇਲੇ ਹੀ ਕੋਈ ਨਾ ਕੋਈ ਸਖਿਆਰਥੀ ਜਗਿਆਸੂ ਕੋਈ ਨਾ ਕੋਈ ਕੋਲ ਰਹੇ, ਉਹਨੂੰ ਮੌਕਾ ਨਾ ਮਿਲਿਆ ਕਰੇ। ਇੱਕ ਦਿਨ ਰਾਮਾਨੰਦ ਜੀ ਕਿਰਿਆ ਕਰਨ ਵਾਸਤੇ ਕੁਝ ਸੇਵਕਾਂ ਨਾਲ ਬਾਹਰ ਨੂੰ ਜਾ ਰਹੇ ਸੀ, ਉਹ ਵੀ ਨਾਲ ਨਾਲ ਤੁਰਿਆ ਜਾਵੇ। ਜਦੋਂ ਸੇਵਕ ਖੜ ਗਏ ਤੇ ਰਾਮਾਨੰਦ ਜੀ ਕਿਰਿਆ ਕਰਨ ਵਾਸਤੇ ਅੱਗੇ ਇਕੱਲੇ ਵੱਧ ਗਏ, ਉਹ ਪਿੱਛੇ ਦੌੜ ਕੇ ਗਿਆ, ਹੁਣ ਕਿ ਇਕੱਲੇ ਹੈ। ਜਾ ਕੇ ਚਰਨ ਪਕੜ ਲਏ, ਕਹਿਣ ਲੱਗਾ ਮਹਾਰਾਜ ਮੈਨੂੰ ਉਪਦੇਸ਼ ਦਿਓ। ਰਾਮਾਨੰਦ ਜੀ ਪਹਿਲਾਂ ਹੱਸ ਪਏ, ਕਹਿੰਦੇ ਆ ਕੋਈ ਉਪਦੇਸ਼ ਲੈਣ ਦਾ ਵਕਤ ਹੈ? ਤੇ ਫਿਰ ਉਹ ਕਹਿਣ ਲੱਗਾ ਨਾ ਮਹਾਰਾਜ ਮੈਨੂੰ ਮੋੜੋ ਨਾ ਖਾਲੀ, ਕਿਰਪਾ ਕਰੋ ਮੈਨੂੰ ਉਪਦੇਸ਼ ਦਿਓ। ਜਦੋਂ ਨਾ ਹਟਿਆ ਉਹਨਾਂ ਚਰਨ ਛਡਾਏ, ਹਟਿਆ ਨਾ। ਜਦੋਂ ਇਸ ਪ੍ਰਕਾਰ ਤੀਸਰੀ ਵਾਰ ਫੇਰ ਕਿਹਾ, ਰਾਮਾਨੰਦ ਜੀ ਕਹਿੰਦੇ ਭੱਜ ਜਾ ਨਹੀਂ ਤੇ ਲੋਟਾ ਮਾਰਾਂਗੇ। ਜਦੋਂ ਇਉਂ ਕਿਹਾ ਉਸੇ ਵੇਲੇ ਚਰਨ ਛੱਡ ਕੇ ਭੱਜ ਗਿਆ। ਦਿਨ ਬਤੀਤ ਹੋ ਗਏ, ਉਹ ਇਹੀ ਜਾਪ ਕਰਨ ਲੱਗ ਪਿਆ, ਭੱਜ ਜਾ ਨਹੀਂ ਤੇ ਲੋਟਾ ਮਾਰਾਂਗੇ, ਭੱਜ ਜਾ ਨਹੀਂ ਤੇ ਲੋਟਾ ਮਾਰਾਂਗੇ। ਕਹਿੰਦੇ ਕਬੀਰ ਜੀ ਨੂੰ ਵੀ ਜਿਹੜਾ ਸੀ ਨਾ ਰਾਮਾਨੰਦ ਜੀ ਉਪਦੇਸ਼ ਨਹੀਂ ਸੀ ਦਿੰਦੇ। ਕਬੀਰ ਜੀ ਵੀ ਕਹਿੰਦੇ ਜਿਹੜੀਆਂ ਗੰਗਾ ਨੂੰ ਪੌੜੀਆਂ ਉਤਰਦੀਆਂ ਸੀ ਨਾ, ਉਹ ਅੰਮ੍ਰਿਤ ਵੇਲੇ ਉੱਥੇ ਜਾ ਕਰਕੇ ਲੰਮੇ ਪੈ ਗਏ ਸੀ। ਤੇ ਜਦੋਂ ਰਾਮਾਨੰਦ ਜੀ ਉੱਥੋਂ ਦੀ ਲੰਘ ਰਹੇ ਸੀ ਗੰਗਾ ਇਸ਼ਨਾਨ ਵਾਸਤੇ, ਠੇਡਾ ਲੱਗਿਆ ਤੇ ਠੇਡਾ ਲੱਗਣ ਨਾਲ ਰਾਮਾਨੰਦ ਜੀ ਨੇ ਕਿਹਾ ਰਾਮ ਕੇ ਰਾਮ ਕਹੋ, ਇਹ ਬਚਨ ਕਿਹਾ। ਕਬੀਰ ਜੀ ਨੇ ਇਹੀ ਉਪਦੇਸ਼ ਪਾ ਲਿਆ ਸੀ। ਫਿਰ ਇਹ ਸਾਧ ਸੰਗਤ ਜੀ ਪਿਆਰ ਦੇ ਨਾਲ ਜਦੋਂ ਜਪਣ ਲੱਗ ਜਾਵੇ, ਉਹ ਵੇਖੋ ਉਹਨੂੰ ਤਾਂ ਕਿਹਾ ਕਿ ਭਾਜਾ ਨਹੀਂ ਤੇ ਲੋਟਾ ਮਾਰਾਂਗੇ, ਉਹ ਇਹੀ ਜਾਪ ਕਰਨ ਲੱਗ ਪਿਆ। ਜਦੋਂ ਉਹਦੀ ਬੜੀ ਭਾਰੀ ਪ੍ਰਸਿੱਧੀ ਹੋਣ ਲੱਗ ਪਈ, ਸੇਵਕਾਂ ਨੇ ਸਮਝਿਆ ਕਿ ਰਾਮਾਨੰਦ ਜੀ ਨੇ ਇਹਨੂੰ ਬਹੁਤ ਵਧੀਆ ਕੋਈ ਮੰਤਰ ਦਿੱਤਾ ਹੈ ਤੇ ਸਾਨੂੰ ਨਹੀਂ ਓਡਾ ਵਧੀਆ ਮੰਤਰ ਦਿੱਤਾ। ਕਹਿਣ ਲੱਗੇ ਰਾਮਾਨੰਦ ਜੀ ਤੁਸੀਂ ਉਸ ਸੇਵਕ ਨੂੰ ਤੇ ਬੜਾ ਮਹਾਨ ਹੀ ਮੰਤਰ ਦਿੱਤਾ, ਵੇਖੋ ਦਿਨਾਂ 'ਚ ਪ੍ਰਸਿੱਧੀ ਹੋ ਗਈ। ਕਹਿੰਦੇ ਭਾਈ ਅਸੀਂ ਤਾਂ ਉਹਨੂੰ ਕੋਈ ਮੰਤਰ ਨਹੀਂ ਦਿੱਤਾ। ਉਹ ਕਹਿਣ ਲੱਗੇ ਨਾ ਮਹਾਰਾਜ ਉਹ ਤਾਂ ਤੁਹਾਡਾ ਸੇਵਕ ਹੈ, ਤੁਸੀਂ ਮੰਤਰ ਦਿੱਤਾ ਹੈ ਉਹਨੂੰ, ਐਡੀ ਪ੍ਰਸਿੱਧੀ ਹੋ ਗਈ ਉਸ ਦੀ। ਕਹਿਣ ਲੱਗੇ ਅੱਛਾ ਭਾਈ ਉਹਨੂੰ ਪੁੱਛਦੇ ਆਂ, ਬੁਲਾਓ। ਬੁਲਾਇਆ ਗਿਆ, ਰਾਮਾਨੰਦ ਜੀ ਦੇ ਆ ਕੇ ਚਰਨੀ ਲੱਗਿਆ। ਕਹਿਣ ਲੱਗੇ ਭਾਈ ਅਸੀਂ ਤਾਂ ਤੈਨੂੰ ਕੋਈ ਮੰਤਰ ਨਹੀਂ ਦਿੱਤਾ। ਕਹਿਣ ਲੱਗੇ ਮਹਾਰਾਜ ਤੁਸੀਂ ਹੀ ਮੰਤਰ ਦਿੱਤਾ ਮੈਨੂੰ। ਕਹਿਣ ਲੱਗੇ ਕਿਹੜਾ ਮੰਤਰ ਫਿਰ ਅਸੀਂ ਦਿੱਤਾ ਤੈਨੂੰ? ਕਹਿੰਦੇ ਮਹਾਰਾਜ ਤੁਸੀਂ ਆਖਿਆ ਸੀ ਭਾਜਾ ਨਹੀਂ ਤੇ ਲੋਟਾ ਮਾਰਾਂਗੇ। ਕਹਿੰਦੇ ਅਸੀਂ ਤਾਂ ਕਿਹਾ ਸੀ ਤੂੰ ਖਹਿੜਾ ਨਹੀਂ ਸੀ ਛੱਡਦਾ, ਮਗਰੋਂ ਨਹੀਂ ਸੀ ਲੈਂਦਾ, ਤੇ ਇਹ ਕਿਹਾ ਸੀ ਭਾਜਾ ਨਹੀਂ ਤੇ ਮਾਰਾਂਗੇ ਲੋਟਾ, ਤੂੰ ਕੀ ਇਹਦੇ ਵਿੱਚੋਂ ਤਾਤਪਰਜ ਸਮਝਿਆ? ਕਹਿੰਦਾ ਮਹਾਰਾਜ ਮੈਂ ਇਹ ਸਮਝ ਲਿਆ ਕਿ ਇਹ ਸਰੀਰ ਰੂਪੀ ਲੋਟੇ ਤੋਂ ਭੱਜ ਜਾ, ਨਹੀਂ ਤੇ ਜੂਨਾ 'ਚ ਪਾ ਪਾ ਕਰਕੇ ਫਿਰ ਤੈਨੂੰ ਇਸ ਪ੍ਰਕਾਰ ਜਿਹੜੀ ਹੈ ਨਾ ਮਾਰ ਪੈਂਦੀ ਰਹੇਗੀ। ਇਉਂ ਮਹਾਰਾਜ ਮੈਂ ਦੇਹ ਦਿਆਸ ਤੋਂ ਪਰਾਂ ਹੋ ਕਰਕੇ ਫਿਰ ਇਹੀ ਜਾਪ ਕਰਨਾ ਸ਼ੁਰੂ ਕਰ ਦਿੱਤਾ ਹੈ। ਰਾਮਾਨੰਦ ਜੀ ਕਹਿਣ ਲੱਗੇ ਭਾਈ ਇਹਦਾ ਪਿਆਰ ਹੈ, ਇਹਦੀ ਨਿਸ਼ਠਾ ਹੈ, ਪਿਆਰ ਦੇ ਕਰਕੇ ਹੀ ਪਰਮੇਸ਼ਰ ਪ੍ਰਾਪਤ ਹੁੰਦਾ ਹੈ। ਤੇ ਪ੍ਰੇਮ ਦਾ ਇੱਕ ਮਾਤਰ ਇਹੋ ਜਿਹਾ ਸਾਧਨ ਹੈ ਸਾਧ ਸੰਗਤ ਜੀ ਜਿਸ ਦੇ ਨਾਲ ਵਾਹਿਗੁਰੂ ਜੀ ਸਾਖਿਆਤ ਹੋ ਜਾਂਦੇ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਸਿੱਧੋ ਮੇਰੇ ਵਾਹਿਗੁਰੂ ਦੇ ਘਰ ਦੀ ਜਿਹੜੀ ਭਾਸ਼ਾ ਹੈ ਨਾ, ਮਹਾਰਾਜ ਕਹਿੰਦੇ ਉਹ ਪਿਆਰ ਦੀ ਭਾਸ਼ਾ ਹੈ। ਪਿਆਰ ਦੀ ਭਾਸ਼ਾ ਵਾਹਿਗੁਰੂ ਦੇ ਘਰ ਦੇ ਅੰਦਰ ਚੱਲਦੀ ਹੈ। ਚਾਹੇ ਵੇਖੋ ਹੁਣ ਕਿੰਨਾ ਬਣਾ ਸਵਾਰ ਕਰਕੇ ਉੱਤੋਂ ਕਿੰਨੇ ਜਿਹੜੇ ਸਾਧ ਸੰਗਤ ਜੀ ਮੋਤੀਆਂ ਵਾਂਗ ਪਰੋ ਪਰੋ ਕਰਕੇ ਬਚਨ ਬੋਲੇ, ਪਰ ਹਿਰਦੇ ਵਿੱਚ ਜਦੋਂ ਪਿਆਰ ਨਾ ਹੋਵੇ
ਫਿਰ ਵਾਹਿਗੁਰੂ ਨੂੰ ਰਜਾ ਨਹੀਂ ਸਕੀਦਾ। ਸੱਚੇ ਪਾਤਸ਼ਾਹ ਤਾਂ ਪਿਆਰ ਤੇ ਰੀਝਦੇ ਐ। ਜਿਵੇਂ ਉਹ 6ਵੇਂ ਪਾਤਸ਼ਾਹ ਜੀ ਦੇ ਵਕਤ ਦੀ ਸਾਖੀ ਜ਼ਿਕਰ ਆਉਂਦਾ ਇਤਿਹਾਸ ਦੇ ਅੰਦਰ, ਮਾਤਾ ਨੂੰ ਬੋਲਣਾ ਤਾਂ ਚਾਹੀਦਾ ਸੀ ਕਿ ਤੇਰੇ ਜਿਹਾ ਦਿਆਲ ਕੋਈ ਨਾ ਮੇਰੇ ਜਿਹਾ ਪਾਪੀ, ਪਰ ਸਾਧ ਸੰਗਤ ਜੀ ਉਹ ਬੋਲਦੀ ਸੀ ਕਿ ਮੇਰੇ ਜਿਹਾ ਦਿਆਲ ਕੋਈ ਨਾ ਤੇਰੇ ਜਿਹਾ ਪਾਪੀ। ਤੇ ਇਉਂ ਜਦੋਂ ਸਦਰ ਨਾਲ ਬੋਲੀ ਜਾਵੇ, ਪਿਆਰ ਨਾਲ ਕਹੀ ਜਾਵੇ, ਸਿੱਖਾਂ ਨੇ ਕਿਹਾ ਮਾਤਾ ਤੂੰ ਸਹੀ ਨਹੀਂ ਬੋਲ ਰਹੀ, ਗਲਤ ਬੋਲ ਰਹੀ ਹੈ। ਇਉਂ ਕਹੇ ਕਿ ਤੇਰੇ ਜਿਹਾ ਦਿਆਲ ਕੋਈ ਨਾ ਮੇਰੇ ਜਿਹਾ ਪਾਪੀ। ਉਹ ਫਿਰ ਮਾਤਾ ਸੁਣ ਕਰਕੇ ਉਵੇਂ ਕਹਿਣ ਲੱਗ ਪਈ। ਗੁਰੂ ਮਹਾਰਾਜ ਜੀ ਪਹਿਲਾਂ ਵੀ ਸੁਣ ਰਹੇ ਸੀ। ਹਜੂਰ ਨੇ ਉੱਠ ਕਰਕੇ ਕਿਹਾ ਮਾਤਾ ਜਿਵੇਂ ਪਹਿਲਾਂ ਬੋਲਦੀ ਸੈ ਨਾ ਉਵੇਂ ਹੀ ਬੋਲ। ਸੱਚੇ ਪਾਤਸ਼ਾਹ ਮਹਾਰਾਜ ਦੇ ਆਖਣ ਤੋਂ ਫਿਰ ਉਵੇਂ ਕਹਿਣ ਲੱਗ ਪਈ ਕਿ ਮੇਰੇ ਜਿਹਾ ਦਿਆਲ ਕੋਈ ਨਾ ਤੇਰੇ ਜਿਹਾ ਪਾਪੀ। ਸਿੱਖ ਕਹਿੰਦੇ ਮਹਾਰਾਜ ਇਹ ਗਲਤ ਬੋਲਦੀ ਹੈ, ਆਪਣੇ ਆਪ ਨੂੰ ਦਿਆਲੂ ਦੱਸਦੀ ਹੈ ਤੇ ਤੁਹਾਨੂੰ ਪਾਪੀ ਦੱਸਦੀ ਹੈ ਮਹਾਰਾਜ। ਹਜੂਰ ਕਹਿੰਦੇ ਸਿੱਖੋ ਤੁਹਾਨੂੰ ਬਾਹਰ ਦੇ ਬੋਲ ਸੁਣ ਰਹੇ ਹੈ, ਪਰ ਇਹਦੇ ਦਿਲ ਦੀ ਭਾਵਨਾ ਇਹੀ ਕਹਿ ਰਹੀ ਹੈ ਕਿ ਤੇਰੇ ਜਿਹਾ ਦਿਆਲ ਕੋਈ ਨਾ ਮੇਰੇ ਜਿਹਾ ਕੋਈ ਪਾਪੀ। ਇਹਦੇ ਦਿਲ ਦੀ ਭਾਵਨਾ ਉਹ ਹੀ ਹੈ, ਸਹੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਾਨੂੰ ਦਿਲ ਦੀ ਭਾਵਨਾ ਪਹੁੰਚਦੀ ਹੈ, ਪਿਆਰ ਪਹੁੰਚਦਾ ਹੈ। ਬਾਹਰਲੇ ਬੋਲੇ ਹੋਏ ਸ਼ਬਦਾਂ ਦੇ ਉੱਤੇ ਮਹਾਰਾਜ ਕਹਿੰਦੇ ਭਾਈ ਜੇ ਦਿਲ ਵਿੱਚ ਪਿਆਰ ਨਾ ਹੋਵੇ ਫਿਰ ਅਸੀਂ ਨਹੀਂ ਭਿੱਜਦੇ। ਹਜੂਰ ਕਹਿੰਦੇ ਨੇ ਸਿੱਧੋ ਮੇਰੇ ਵਾਹਿਗੁਰੂ ਦੇ ਦੇਸ਼ ਦੀ ਭਾਸ਼ਾ ਪ੍ਰੇਮ ਦੀ ਭਾਸ਼ਾ ਹੈ, ਤੇ ਪ੍ਰੇਮ ਦੀ ਭਾਸ਼ਾ ਸਾਧ ਸੰਗਤ ਜੀ ਜਾਨਵਰ ਵੀ ਸਮਝ ਜਾਂਦੇ ਆ, ਪਸ਼ੂ ਪੰਛੀ ਵੀ ਸਮਝ ਜਾਂਦੇ। ਇਹਨਾਂ ਦੀਆਂ ਵੀ ਭਾਵੇਂ ਆਪੋ ਆਪਣੀਆਂ ਭਾਸ਼ਾਵਾਂ ਮੰਨੀਆਂ ਗਈਆਂ ਨੇ, ਤੇ ਸਾਧ ਸੰਗਤ ਜੀ ਜਿਹੜੀ ਪ੍ਰੇਮ ਦੀ ਭਾਸ਼ਾ ਹੈ ਨਾ ਇਹ ਸਭ ਦੇਸ਼ਾਂ ਦੇ ਅੰਦਰ ਚੱਲਦੀ ਹੈ, ਸਭ ਥਾਵਾਂ ਦੇ ਅੰਦਰ ਚੱਲਦੀ ਹੈ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਵਾਹਿਗੁਰੂ ਦੇ ਦੇਸ਼ ਦੀ ਭਾਸ਼ਾ ਜਿਹੜੀ ਹੈ ਨਾ ਸਿੱਧੋ, ਉਹ ਜਿਹੜਾ ਪ੍ਰੇਮ ਹੈ ਪਾਰਾਵਾਰ ਤੋਂ ਰਹਿਤ, ਉਹ ਪ੍ਰੇਮ ਦੀ ਭਾਸ਼ਾ ਹੈ ਵਾਹਿਗੁਰੂ ਦੇ ਦੇਸ਼ ਦੀ। ਆਖਹਿ ਮੰਗਹਿ ਦੇਹ ਦੇਹ। ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਜਿਵੇਂ ਰਾਜੇ ਮਹਾਰਾਜਿਆਂ ਕੋਲ ਮਹਾਰਾਜ ਬਹੁਤ ਸਾਰਾ ਜਾ ਕਰਕੇ ਮੰਗਦੇ ਐ, ਤੇ ਮਹਾਰਾਜ ਉਹ ਰਾਜੇ ਮਹਾਰਾਜੇ ਅੱਗੇ ਫਿਰ ਦਾਤਾਂ ਦਿੰਦੇ ਐ। ਵਾਹਿਗੁਰੂ ਦੇ ਕੋਲੋਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਮੰਗ ਰਿਹਾ ਹੈ। ਮਹਾਰਾਜ ਕਹਿੰਦੇ ਹਾਂ ਭਈ ਸਿੱਧੋ ਆਖਹਿ ਮੰਗਹਿ, ਆਖ ਆਖ ਕਰਕੇ ਮੰਗਦੇ ਐ, ਬੋਲ ਬੋਲ ਕਰਕੇ ਮੰਗਦੇ ਐ। ਫਿਰ ਦੇਹ ਦੇਹ ਮਹਾਰਾਜ ਸਾਨੂੰ ਸਰੀਰ ਦੇ ਦੇ, ਮਹਾਰਾਜ ਸਾਨੂੰ ਪਦਾਰਥ ਦੇ ਦੇ। ਇਉਂ ਸਾਰੇ ਆਪੋ ਆਪਣੀਆਂ ਭਾਵਨਾ ਦੇ ਨਾਲ ਉਸ ਪਰਮੇਸ਼ਰ ਦੇ ਕੋਲੋਂ ਮੰਗਦੇ ਆ। ਦਾਤ ਕਰੇ ਦਾਤਾਰ। ਉਹ ਦਾਤਾਰ ਪਰਮੇਸ਼ਰ ਜੋ ਦਾਤਾ ਹੈ, ਜੋ ਸਾਰਿਆਂ ਜੀਆਂ ਦਾ ਸਾਂਝਾ ਦਾਤਾ ਹੈ, ਉਹ ਫਿਰ ਮਹਾਰਾਜ ਕਹਿੰਦੇ ਭਾਈ ਵੇਖ ਕਰਕੇ ਦਾਤ ਕਰਦਾ ਹੈ। ਜਿਵੇਂ ਕਿਸੇ ਦੀ ਭਾਵਨਾ ਨਾ ਜਿਸ ਤਰ੍ਹਾਂ ਕੋਈ ਮੰਗਦਾ ਹੈ, ਉਸੇ ਤਰ੍ਹਾਂ ਦੀ ਦਾਤ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰਾ ਵਾਹਿਗੁਰੂ ਕਰ ਦਿੰਦਾ ਏ। ਉਹ ਸਦਾ ਹੀ ਦਾਤਾਂ ਦੇ ਦੇਣ ਵਾਲਾ ਹੈ। ਉਹਦੇ ਘਰ ਭੰਡਾਰਾ ਜਿਹੜਾ ਉਹ ਕਦੇ ਮੁੱਕਦਾ ਨਹੀਂ, ਕਦੇ ਖਾਲੀ ਨਹੀਂ ਹੁੰਦਾ, ਸਦਾ ਹੀ ਭਰਿਆ ਹੋਇਆ ਉਹਦਾ ਭੰਡਾਰਾ। ਤੇ ਆਖ ਆਖ ਕਰਕੇ ਮਹਾਰਾਜ ਕਹਿੰਦੇ ਭਾਈ ਕਹਿ ਕਹਿ ਕਰਕੇ ਮੰਗਦੇ ਐ। ਤੇ ਵਾਹਿਗੁਰੂ ਦਾਤਾਰ ਜੋ ਪਰਮੇਸ਼ਰ ਵੈ ਉਹ ਸਾਧ ਸੰਗਤ ਜੀ ਭਾਵਨਾ ਵੇਖ ਕਰਕੇ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਦਾਤਾਂ ਦੇ ਤਾਂ ਹੀ ਕਰਦਾ ਏ। ਫੇਰ ਕੇ ਅੱਗੇ ਰੱਖਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਸਿੱਧ ਪੁੱਛਦੇ ਆ ਮਹਾਰਾਜ, ਜਿਵੇਂ ਮਹਾਰਾਜ ਰਾਜਿਆਂ ਦੇ ਅੱਗੇ ਜਿਹੜੀ ਹੈ ਉਹ ਭੇਟਾ ਲਿਜਾ ਕਰਕੇ ਰੱਖਦੇ ਆ, ਨਜ਼ਰਾਨੇ ਭੇਟ ਕੀਤੇ ਜਾਂਦੇ ਆ ਰਾਜੇ ਮਹਾਰਾਜਿਆਂ ਨੂੰ ਖੁਸ਼ ਕਰਨ ਵਾਸਤੇ। ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਆਪ ਜੀ ਨੇ ਦੱਸਿਆ ਕਿ ਰਾਜੇ ਹਨ ਵੱਡੇ, ਮਹਾਰਾਜ ਪਰਮੇਸ਼ਰ ਦੇ ਅੱਗੇ ਜਿਹੜੀ ਭੇਟਾ ਹੈ ਉਹ ਮਹਾਰਾਜ ਸਾਨੂੰ ਕੀ ਰੱਖਣੀ ਚਾਹੀਦੀ ਹੈ। ਮਹਾਰਾਜ ਉਸ ਦੇ ਅੱਗੇ ਕੀ ਭੇਟਾ ਜਿਹੜੀ ਹੈ ਫਿਰ ਕਰਨਾ ਕਰੀਏ। ਜਿਤ ਦਿਸੈ ਦਰਬਾਰ। ਜਿਸ ਕਰਕੇ ਮਹਾਰਾਜ ਉਸ ਦੇ ਸੱਚਖੰਡ ਦਰਬਾਰ ਦਾ ਸਾਨੂੰ ਦਰਸ਼ਨ ਹੋ ਜਾਵੇ, ਜਿਸ ਕਰਕੇ ਮਹਾਰਾਜ ਸਾਨੂੰ ਸਰੂਪ ਦੀ ਸਾਖਿਆਤਾ ਹੋਵੇ।
ਰਹਾਉ ਕੇ ਬੋਲਣ ਬੋਲੀਐ। ਮਹਾਰਾਜ ਮੁਖ ਤੋਂ ਕਿਹੋ ਜਿਹੇ ਜਿਹੜੇ ਬੋਲ ਵੈ ਉਹ ਬੋਲਣੇ ਚਾਹੀਦੇ ਆ। ਜਿਤ ਸੁਣ ਤਰੇ ਪਿਆਰ। ਜਿਨ੍ਹਾਂ ਬੋਲਾਂ ਨੂੰ ਮਹਾਰਾਜ ਸੁਣ ਕਰਕੇ ਵਾਹਿਗੁਰੂ ਜੀ ਪਿਆਰ ਕਰਨ ਲੱਗ ਜਾਣ, ਪਰਮੇਸ਼ਰ ਪਿਆਰ ਕਰੇ। ਕਿਉਂਕਿ ਰਾਜੇ ਮਹਾਰਾਜਿਆਂ ਦੇ ਦਰਬਾਰਾਂ ਦੇ ਅੰਦਰ ਸਾਧ ਸੰਗਤ ਜੀ ਰਾਜਿਆਂ ਦੀ ਸਿਫਤ ਵਡਿਆਈ ਕਰਨ ਵਾਲੇ ਜਿਹੜੇ ਉਹ ਬਹੁਤ ਸਾਰੇ ਹੁੰਦੇ, ਤੇ ਰਾਜਾ ਨਹੀਂ ਜਾਣਦਾ ਹੁੰਦਾ ਕਿ ਇਹ ਦਿਲੋਂ ਮੇਰੇ ਨਾਲ ਪਿਆਰ ਕਰਕੇ ਮੇਰੀ ਵਡਿਆਈ ਕਰ ਰਿਹਾ ਹੈ ਕਿ ਜਾਂ ਖੁਸ਼ਾਮਦ ਕਰਕੇ ਹੀ ਕੇਵਲ ਮੈਨੂੰ ਰਿਝਾਉਣਾ ਚਾਹੁੰਦਾ ਹੈ। ਪਰ ਵਾਹਿਗੁਰੂ ਜੀ ਜਾਣਦੇ, ਅੰਤਰਜਾਮੀ ਹੈ ਨਾ। ਇਸ ਕਰਕੇ ਜੇ ਕੋਈ ਬਾਹਰੋਂ ਹੀ ਪਰਮੇਸ਼ਰ ਦੀ ਕੇਵਲ ਖੁਸ਼ਾਮਦ ਕਰਦਾ ਹੋਵੇ ਪਦਾਰਥਾਂ ਵਾਸਤੇ, ਲਾਲਚ ਵਾਸਤੇ, ਵਾਹਿਗੁਰੂ ਜੀ ਫਿਰ ਵੀ ਇੰਨੇ ਦਿਆਲੂ ਹੈ। ਪਦਾਰਥ ਤਾਂ ਮਹਾਰਾਜ ਦੇ ਹੀ ਦਿੰਦੇ ਐ, ਪਰ ਸਾਧ ਸੰਗਤ ਜੀ ਸਰੂਪ ਦੀ ਸਾਖਿਆਤ ਤਾਂ ਨਹੀਂ ਹੁੰਦੀ ਨਾ। ਵਾਹਿਗੁਰੂ ਦੇ ਸਰੂਪ ਦਾ ਅੰਦਰ ਸਾਧ ਸੰਗਤ ਜੀ ਜਿਹੜਾ ਹੈ ਅਨੁਭਵ ਨਹੀਂ ਪ੍ਰਾਪਤ ਹੁੰਦਾ ਨਾ। ਇਉਂ ਰਾਜੇ ਮਹਾਰਾਜੇ ਤਾਂ ਛਲੇ ਜਾ ਸਕਦੇ ਐ ਝੂਠੀ ਖੁਸ਼ਾਮਦ ਦੇ ਨਾਲ, ਪਰ ਵਾਹਿਗੁਰੂ ਜੀ ਨੂੰ ਝੂਠੀ ਖੁਸ਼ਾਮਦ ਦੇ ਨਾਲ ਕੋਈ ਸਾਧ ਸੰਗਤ ਜੀ ਛਲ ਨਹੀਂ ਸਕਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਸਿੱਧਾ ਨੇ ਪੁੱਛਿਆ, ਮਹਾਰਾਜ ਭੇਟਾ ਕੀ ਕਰਨਾ ਚਾਹੀਦਾ ਵਾਹਿਗੁਰੂ ਦੇ ਅੱਗੇ? ਫਿਰ ਮਹਾਰਾਜ ਕਿਹੋ ਜੇ ਮੁਖ ਤੋਂ ਬੋਲ ਬੋਲਣੇ ਚਾਹੀਦੇ? ਕਿਉਂਕਿ ਜਦੋਂ ਭੇਟ ਕਰੀਏ ਨਾ ਰਾਜਿਆਂ ਮਹਾਰਾਜਿਆਂ ਨੂੰ, ਫਿਰ ਅੱਗੇ ਬੋਲ ਬੋਲਦੇ ਆ ਬੜੀ ਵਡਿਆਈ ਵਾਲੇ, ਬੜੀ ਸਿਫਤ ਵਾਲੇ ਕਿ ਮਹਾਰਾਜ ਜੀ ਇਹ ਤਾਂ ਤੁਹਾਡੇ ਭੇਟ ਅਸੀਂ ਚੜਾਉਣ ਨੂੰ ਲਿਆਂਦਾ ਪਦਾਰਥ। ਇਉਂ ਸਾਧ ਸੰਗਤ ਜੀ ਬਹੁਤ ਜ਼ਿਆਦਾ ਫਿਰ ਜਿਹੜੇ ਹੈ ਉਹ ਸਿਫਤ ਦੇ ਬੋਲ ਬੋਲਦੇ। ਇਉਂ ਸਿੱਧ ਕਹਿੰਦੇ ਆ ਮਹਾਰਾਜ ਵਾਹਿਗੁਰੂ ਦੇ ਅੱਗੇ ਦੱਸੋ ਭੇਟਾ ਕੀ ਕਰਨੀ ਚਾਹੀਦੀ ਹੈ? ਫਿਰ ਤੇ ਮਹਾਰਾਜ ਮੁਖ ਤੋਂ ਜਿਹੜੇ ਬੋਲ ਵੈ ਉਹ ਕਿਹੋ ਜਿਹੇ ਬੋਲਣੇ ਚਾਹੀਦੇ ਐ ਜਿਸ ਕਰਕੇ ਕਿ ਜੋ ਵਾਹਿਗੁਰੂ ਜੀ ਰਾਜਾ ਰੂਪ ਹਨ ਉਹ ਖੁਸ਼ ਹੋ ਜਾਣ। ਜਿਤ ਸੁਣ ਤਰੇ ਪਿਆਰ। ਜਿਨ੍ਹਾਂ ਬੋਲਾਂ ਨੂੰ ਮਹਾਰਾਜ ਸੁਣ ਕਰਕੇ ਵਾਹਿਗੁਰੂ ਜੀ ਸਾਡੇ ਨਾਲ ਮਹਾਰਾਜ ਪਿਆਰ ਕਰਨ ਲੱਗ ਜਾਣ। ਅੰਮ੍ਰਿਤ ਵੇਲਾ ਸਚ ਨਾਉ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ ਸਿੱਧੋ, ਜਿਹੜਾ ਅੰਮ੍ਰਿਤ ਵੇਲਾ ਹੈ ਨਾ ਉਦੋਂ ਉੱਠ ਕਰਕੇ ਸੱਚੇ ਨਾਮ ਦਾ ਮਹਾਰਾਜ ਕਹਿੰਦੇ ਭਾਈ ਜਾਪ ਕਰਨਾ ਹੈ ਨਾ, ਜਿਹੜਾ ਇਹ ਵਾਹਿਗੁਰੂ ਦੇ ਅੱਗੇ ਸਾਧ ਸੰਗਤ ਜੀ ਭੇਟ ਕਰਨਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਦੇ ਅੱਗੇ ਆਪਣਾ ਪ੍ਰੇਮ ਦਾ ਜਿਹੜਾ ਪਦਾਰਥ ਹੈ, ਪ੍ਰੇਮ ਨਾਲ ਜਿਹੜਾ ਨਾਮ ਜਪਣਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੰਮ੍ਰਿਤ ਵੇਲਾ ਸਚ ਨਾਉ, ਸੱਚੇ ਨਾਮ ਦਾ ਉੱਠ ਕਰਕੇ ਜਾਪ ਕਰਨਾ। ਸਾਧ ਸੰਗਤ ਜੀ ਜੋ ਅੰਮ੍ਰਿਤ ਵੇਲਾ ਹੈ ਨਾ, ਇਹਦੀ ਸਾਰੇ ਧਰਮਾਂ ਵਿੱਚ ਬੜੀ ਮਹਾਨ ਮਹਿਮਾ ਕਹੀ ਗਈ ਹੈ। ਅੰਮ੍ਰਿਤ ਵੇਲਾ ਬੜਾ ਮਹਾਨ ਹੈ। ਜਿਹੜਾ ਇਹ 4 ਪਹਿਰ ਦਾ ਦਿਨ ਹੈ ਤੇ 4 ਪਹਿਰ ਦੀ ਰਾਤ ਹੈ, ਜਦੋਂ 2 ਪਹਿਰ ਰਾਤ ਗੁਜ਼ਰ ਜਾਂਦੀ ਹੈ ਉਦੋਂ ਸਾਧ ਸੰਗਤ ਜੀ ਜਿਹੜੇ ਪਿਛਲੀ ਰਾਤ ਹੁੰਦੀ ਹੈ ਨਾ, ਜਿਵੇਂ ਫਰੀਦ ਜੀ ਨੇ ਕਿਹਾ ਕਿ ਪਿਛਲ ਰਾਤ ਨਾ ਜਾਗਿਓ ਜੀਵੰਦੜੋ ਮੋਇਓ ਹੈ, ਜੇ ਤਾਂ ਰੱਬ ਵਿਸਾਰਿਆ ਰੱਬ ਨਾ ਵਿਸਰਿਓ ਹੈ। ਇਹ ਸਾਧ ਸੰਗਤ ਜੀ ਪਿਛਲੀ ਰਾਤ ਹੈ। ਜਿਵੇਂ ਕਿਹਾ ਕਿ ਪਹਿਲਾ ਪਹਿਰ ਹੈ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈਂ ਕੰਨੋਂ ਦਾਤ। ਇਹ ਅੰਮ੍ਰਿਤ ਵੇਲਾ ਹੈ ਜਿਹੜਾ ਸਾਧ ਸੰਗਤ ਜੀ 12 ਵਜੇ ਤੋਂ ਬਾਅਦ ਸ਼ੁਰੂ ਹੋ ਜਾਂਦਾ ਨਾ ਸਮਾਂ। ਉਹਦੇ ਲਈ ਹੀ ਸਤਿਗੁਰਾਂ ਜੀ ਨੇ ਆਖਿਆ ਕਿ ਨਾਉ ਪ੍ਰਭਾਤੇ ਸ਼ਬਦ ਤੇ ਆਈਐ, ਛੋਡੋ ਦੁਨੀ ਪ੍ਰੀਤਾ, ਪ੍ਰਣਵਤ ਨਾਨਕ ਦਾਸਨ ਦਾਸਾ, ਜਗ ਹਾਰਿਆ ਤਿਨ ਜੀਤਾ। ਉਸ ਅੰਮ੍ਰਿਤ ਵੇਲੇ ਦੀ ਬਾਬਤ ਸਤਿਗੁਰਾਂ ਜੀ ਨੇ ਕਿਹਾ ਕਿ ਝਾ ਲਾਗੇ ਉਠ ਨਾਮ ਜਪ, ਨਿਸ ਬਾਸਰ ਆਰਾਧ, ਕਾਰਾ ਤੁਜੈ ਨਾ ਵਿਆਪਈ, ਨਾਨਕ ਮਿਟੈ ਉਪਾਦ। ਇਸ ਸੱਚੇ ਪਾਤਸ਼ਾਹ ਜੀ ਇਸ ਅੰਮ੍ਰਿਤ ਵੇਲੇ ਦੀ ਬਾਬਤ ਸਾਨੂੰ ਦੱਸਦੇ ਆ। ਵੇਖੋ ਸਿੱਧਾ ਨੂੰ ਹਜੂਰ ਨੇ ਇਹ ਦੱਸਿਆ ਕਿ ਕਿਹੋ ਜਿਹਾ ਵਾਹਿਗੁਰੂ ਦੇ ਅੱਗੇ ਪਦਾਰਥ ਭੇਟ ਕਰਨਾ ਚਾਹੀਦਾ। ਤੇ ਸਾਧ ਸੰਗਤ ਜੀ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਨਾ, ਅੰਮ੍ਰਿਤ ਵੇਲੇ ਦਾ ਉੱਠਣਾ ਬਹੁਤ ਕਠਨ ਹੈ। ਕਲਯੁਗ ਦੇ ਅੰਦਰ ਸਤਿਗੁਰਾਂ ਜੀ ਨੇ ਸਭ ਤੋਂ ਉੱਤਮ ਸਾਧਨ ਇਹ ਬਖਸ਼ਿਸ਼ ਕੀਤਾ ਕਿ ਜਿਹੜਾ ਅੰਮ੍ਰਿਤ ਵੇਲੇ ਉੱਠ ਕਰਕੇ ਭਾਈ ਨਾਮ ਜਪੇਗਾ ਉਹਨੂੰ ਕਦੇ ਵੀ ਕਲਯੁਗ ਦੀ ਕੋਈ ਵੀ ਸਾਧ ਸੰਗਤ ਜੀ ਸ਼ਕਤੀ ਜਿਹੜੀ ਆ ਨਾ ਵਿਆਪ ਨਹੀਂ ਸਕੇਗੀ। ਤੇ ਸਭ ਤੋਂ ਔਖਾ ਅੰਮ੍ਰਿਤ ਵੇਲੇ ਦਾ ਉੱਠਣਾ ਹੀ ਹੈ। ਅੰਮ੍ਰਿਤ ਵੇਲੇ ਦਾ ਉੱਠਣਾ
ਇੰਨਾ ਜ਼ਿਆਦਾ ਜੀਵ ਨੂੰ ਬੱਜਰ ਭਾਰ ਪੈਂਦਾ ਹੈ ਕਿ ਇਹਦੇ ਕੋਲੋਂ ਅੰਮ੍ਰਿਤ ਵੇਲਾ ਨਹੀਂ ਸੰਭਿਆ ਜਾਂਦਾ। ਤੇ ਜਦੋਂ ਜੀਵਨ ਵਿੱਚੋਂ ਅੰਮ੍ਰਿਤ ਵੇਲਾ ਗਵਾਚ ਜਾਵੇ ਫਿਰ ਸਾਧ ਸੰਗਤ ਜੀ ਸਾਰੇ ਸੁੱਖ ਜਿਹੜੇ ਆ ਉਹ ਵਿਸਰਜਨ ਹੋ ਜਾਂਦੇ ਆ, ਸਾਰੇ ਹੀ ਸੁੱਖ ਕੋਲੋਂ ਚਲੇ ਜਾਂਦੇ ਆ। ਕਿਸੇ ਕਵੀ ਨੇ ਕਿਹਾ ਹੈ ਕਿ ਭਾਈ ਜਿਹੜਾ ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੈ ਨਿਤ, ਇੱਕ ਵਧੇਂਦੀ ਆਰਜਾ, ਦੂਜਾ ਸਾਹਿਬ ਆਵੈ ਚਿੱਤ। ਇੱਕ ਤਾਂ ਉਮਰ ਵੱਧ ਜਾਂਦੀ ਹੈ ਕਿਉਂਕਿ ਸਵਾਸਾਂ ਦੀ ਗਤੀ ਬਹੁਤ ਧੀਮੀ ਚੱਲਣ ਲੱਗ ਪੈਂਦੀ ਤੇ ਉਮਰਾਂ ਬਹੁਤ ਵੱਧ ਜਾਂਦੀ ਹੈ। ਵਾਹਿਗੁਰੂ ਜੀ ਯਾਦ ਵਿੱਚ ਆਉਣ ਲੱਗ ਪੈਂਦੇ ਹੈ। ਜਿਹੜਾ ਇਹ ਜਾਗਣਾ ਨਾ, ਮਹਾਰਾਜ ਜੀ ਨੇ ਫਿਰ ਕਿਹਾ ਕਿ ਜਾਗਣਾ ਜਾਗਣ ਨੀਕਾ, ਹਰ ਕੀਰਤਨ ਮਹਿ ਜਾਗਣਾ, ਵਾਹਿਗੁਰੂ ਦੀ ਕੀਰਤੀ ਵਿੱਚ ਜਾਗਣਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਕਰਦਿਆਂ ਹੋਇਆ ਜਾਗਣਾ। ਤੇ ਸਾਧ ਸੰਗਤ ਜੀ ਜਿਹੜਾ ਅੰਮ੍ਰਿਤ ਵੇਲਾ ਹੈ ਇਹਦੀ ਬੜੀ ਮਹਾਨ ਮਹਿਮਾ ਗੁਰੂ ਘਰ ਦੇ ਅੰਦਰ ਹਜੂਰ ਨੇ ਦਰਸਾਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਗਰੀਬ ਨਵਾਜ ਸਤਿਗੁਰਾਂ ਜੀ ਨੇ ਸਿੱਖਾਂ ਨੂੰ ਇਹ ਕਮਾਈ ਕਰਕੇ ਪੂਰਨੇ ਪਾ ਕੇ ਹਜੂਰ ਨੇ ਦੱਸਿਆ। ਹਜੂਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਰ ਰਾਤ ਰਹਿੰਦੀ ਸਤਿਗੁਰੂ ਜੀ ਇਸ਼ਨਾਨ ਕਰਕੇ ਧਿਆਨ ਵਿੱਚ ਜੁੜ ਜਾਂਦੇ ਗਰੀਬ ਨਵਾਜ। ਫਿਰ ਸਤਿਗੁਰਾਂ ਦੇ ਹਜੂਰ ਕੀਰਤਨ ਸ਼ਬਦਾਂ ਦਾ ਹੁੰਦਾ। ਹਜੂਰ ਨੇ ਜਦੋਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ, ਕਿਹਾ ਭਾਈ ਪੁਰਖਾ ਅੰਮ੍ਰਿਤ ਵੇਲੇ ਦਾ ਇਸ਼ਨਾਨ ਇਹ ਸਾਡੇ ਘਰ ਦਾ ਪਹਿਲਾ ਜਿਹੜਾ ਹੈ ਉਪਦੇਸ਼ ਹੈ। ਸਤਿਗੁਰਾਂ ਜੀ ਨੇ ਕਿਹਾ ਸਿੱਖਾਂ ਨੂੰ ਸਦਾ ਨਾਮਦਾਨ ਇਸ਼ਨਾਨ ਇਹ ਦ੍ਰਿੜ ਰੱਖਣਾ, ਨਿਰੰਕਾਰ ਦੇ ਨਾਲ ਜੋੜੀ ਰੱਖਣਾ। ਇਹ ਸੱਚਾ ਪਾਤਸ਼ਾਹ ਜੀ ਮਹਾਰਾਜ ਨੇ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ। ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ